ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਤੀਜੇ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਤੀਜਾ। ਇਸ ਯੁਗ ਕਾ ਧਰਮ ਪੜੋ ਤੁਮ ਪਾਈ, ਪੂਰੇ ਗੁਰ ਸਭ ਸੋਝੀ ਪਾਈ। ਇੱਥੇ ਅੱਗੇ ਹਰ ਨਾਮ ਸਿਖਾਈ, ਰਾਮ ਪੜੋ ਮਨ ਕਰੋ ਵਿਚਾਰ। ਗੁਰ ਪ੍ਰਸਾਦੀ ਮੈਲ ਉਤਾਰ ਰਹਾਓ, ਵਾਦ ਵਿਰੋਧ ਨ ਪਾਇਆ ਜਾਏ। ਮਨ ਤਨ ਫੀਕਾ ਦੂਜਾ ਪਾਏ, ਗੁਰ ਕੇ ਸਬਦ ਸੱਚ ਲਿਵ ਲਾਏ। ਹਉਮੈ ਮੈਲਾ ਏ ਸੰਸਾਰਾ, ਨਿਤ ਤੀਰਥ ਨਾਵੇ ਨਾ ਜਾਏ ਅਹੰਕਾਰਾ। ਬਿਨ ਗੁਰ ਭੇਟੇ ਜਮ ਕਰੇ ਖੁਆਰਾ, ਸੋ ਜਨ ਸਾਚਾ ਜਹਉ ਮੇ ਮਾਰੇ। ਗੁਰ ਕੇ ਸ਼ਬਦ ਪੰਚ ਸੰਘਾਰੇ, ਆਪ ਤਰੇ ਸਗਲੇ ਕੁਲ ਤਾਰੇ। ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਿਪਟਾਈ। ਗੁਰਮੁਖ ਅਲਪਤ ਰਹੇ ਲਿਵ ਲਾਈ, ਬਹੁਤੇ ਪੇਖ ਕਰੇ ਪੇਖ ਤਾਰੀ। ਅੰਤਰ ਤਿਸਨਾ ਫਿਰੇ ਅੰਕਾਰੀ, ਆਪ ਨ ਚੀਨੇ ਬਾਜੀ ਹਾਰੀ। ਕਾਪੜ ਪਹਿਰ ਕਰੇ ਚਤੁਰਾਈ, ਮਾਇਆ ਮੋਹ ਅਤ ਭਰਮ ਭੁਲਾਈ। ਬਿਨ ਗੁਰ ਸੇਵੇ ਬੌਧਿਕ ਪਾਈ, ਨਾਮ ਰਤੇ ਸਦਾ ਬੈਰਾਗੀ। ਗ੍ਰਹੀ ਅੰਤਰ ਸਾਚ ਲਿਵ ਲਾਗੀ, ਨਾਨਕ ਸਤਿਗੁਰ ਸੇਵੇ ਸੇ ਪੜ ਪਾਗੀ। ਨਾਮ ਰਤੇ ਸਦਾ ਬੈਰਾਗੀ, ਗ੍ਰਹੀ ਅੰਤਰ ਸਾਚ ਲਿਵ ਲਾਗੀ। ਨਾਨਕ ਸਤਿਗੁਰ ਸੇਵੇ ਸੇ ਵਡ ਭਾਗੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਮੁਖੋ, ਤੁਸੀਂ ਇਸ ਯੁੱਗ ਦੇ ਧਰਮ ਨੂੰ ਗੁਰੂ ਪਾਸੋਂ ਪੜ੍ਹੋ, ਭਾਵ ਗੁਰਬਾਣੀ ਤੋਂ ਸਿੱਖਿਆ ਲਵੋ ਜੀ। ਭਾਵ ਗੁਰਬਾਣੀ ਦੀ ਸਿੱਖਿਆ ਗੁਰੂ ਤੋਂ ਹੀ ਸਭ ਪ੍ਰਕਾਰ ਦੀ ਸੋਝੀ ਪਾਈਦੀ ਹੈ ਜੀ। ਗੁਰੂ ਤੋਂ ਭਾਵ ਸਾਡੀ ਗੁਰਬਾਣੀ ਦੇ ਗੁਰਸ਼ਬਦ ਗੁਰਬਾਣੀ ਨਾਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇੱਥੇ ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਕੇਵਲ ਅਤੇ ਕੇਵਲ ਪਰਮੇਸ਼ਰ ਦਾ ਗੁਰਸ਼ਬਦ ਨਾਮ ਹੀ ਤੁਹਾਡਾ ਸੱਚਾ ਸਾਥੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਪਰਮੇਸ਼ਰ ਰਾਮ ਦਾ ਗੁਰਸ਼ਬਦ ਨਾਮ ਉਸ ਨੂੰ ਪੜ੍ਹੋ ਅਤੇ ਵਿਚਾਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਗੁਰਪ੍ਰਸਾਦ ਭਾਵ ਗੁਰੂ ਦੀ ਮਿਹਰ ਕਿਰਪਾ ਨਾਲ ਉਸ ਆਪਣੇ ਮਨ ਦੀ ਮੈਲ ਨੂੰ ਉਤਾਰ ਲਵੋ ਜੀ ਅਤੇ ਗੁਰਸ਼ਬਦ ਨਾਮ ਨੂੰ ਹਿਰਦੇ 'ਚ ਵਸਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਵਾਦ ਵਿਵਾਦ ਜਾਂ ਵੈਰ ਵਿਰੋਧ ਦੁਆਰਾ ਪਰਮੇਸ਼ਰ ਦਾ ਗੁਰਸ਼ਬਦ ਨਾਮ ਕਦੀ ਵੀ ਪ੍ਰਾਪਤ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ, ਦਵੈਤ ਭਾਵ ਵਿੱਚ ਲੱਗ ਜਾਣ ਨਾਲ ਮਨ ਅਤੇ ਤਨ ਦੋਵੇਂ ਫਿੱਕੇ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ, ਇਸ ਲਈ ਗੁਰੂ ਦੇ ਸ਼ਬਦ ਨਾਮ ਦੁਆਰਾ ਉਸ ਸਤ ਸਰੂਪ ਪਰਮੇਸ਼ਰ ਵਿੱਚ ਲਿਵ ਲਗਾਉਣੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਸੰਸਾਰ ਹਉਮੈ ਕਰਕੇ ਮਤ ਮਲੀਨ ਹੋਇਆ ਫਿਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਭਾਵੇਂ ਕੋਈ ਮਨੁੱਖ ਕਿੰਨੇ ਵੀ ਨਿਤ ਤੀਰਥ ਕਰਦਾ ਫਿਰੇ, ਪਰ ਫਿਰ ਵੀ ਉਹਨਾਂ ਦਾ ਹੰਕਾਰ ਨਹੀਂ ਜਾਂਦਾ ਜੀ, ਕਿਉਂਕਿ ਇਹ ਤਾਂ ਬਾਹਰ ਦੇ ਭੇਖ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਨਾਮ ਨੂੰ ਮਿਲਣਾ ਹੈ। ਗੁਰਸ਼ਬਦ ਨਾਮ ਤੋਂ ਬਿਨਾਂ ਜਮ ਖੁਆਰੀ ਹੋਏਗੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਸੇਵਕ ਗੁਰਮੁਖ ਸੇਵਕ ਸੱਚੇ ਹਨ ਜੀ, ਜੋ ਆਪਣੇ ਆਪ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੀ ਹਉਮੈ ਨੂੰ ਮਾਰਦੇ ਹਨ ਜੀ, ਖਤਮ ਕਰ ਲੈਂਦੇ ਹਨ, ਕਾਬੂ 'ਚ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੇ ਗੁਰਸ਼ਬਦ ਨਾਮ ਰਾਹੀਂ ਪੰਜ ਵਿਕਾਰਾਂ ਨੂੰ
ਪੰਜ ਸੰਘਾਰੇ ਭਾਵ ਜੋ ਕਾਮ, ਕ੍ਰੋਧ, ਲੋਭ, ਹੰਕਾਰ, ਵਿਕਾਰ ਹਨ ਜੀ, ਉਹਨਾਂ ਨੂੰ ਗੁਰਸ਼ਬਦ ਨਾਮ ਨਸ਼ਟ ਕਰ ਦਿੰਦਾ ਹੈ ਜੀ। ਜਿਸ ਉਸ ਨਾਲ ਸੱਚੀ ਲਿਵ ਲਗਾਈਏ ਜੀ ਤਾਂ ਕਿਸੇ ਤਰ੍ਹਾਂ ਦੀ ਤ੍ਰਿਸ਼ਨਾ ਤੇ ਵਿਕਾਰ ਫਿਰ ਮਨ ਵਿੱਚ ਨਹੀਂ ਟਿਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਫਿਰ ਗੁਰਮੁਖ ਆਪ ਵੀ ਤਰਦੇ ਹਨ ਜੀ ਅਤੇ ਆਪਣੀ ਨਾਲ ਆਪਣੀ ਕੁੱਲ ਭਾਵ ਜੋ ਉਹਨਾਂ ਗੁਰਮੁਖਾਂ ਦਾ ਸੰਗ ਸਾਥ ਕਰਦਾ ਹੈ ਜੀ, ਉਹਨਾਂ ਨੂੰ ਵੀ ਉਹ ਇਹ ਰਸਤਾ ਦੇ ਕੇ ਦੱਸ ਕੇ ਧਾਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਪਰਮੇਸ਼ਰ ਰੂਪ ਨਟ ਨੇ ਭਾਵ ਬਾਜੀਗਰ ਨੇ ਮਾਇਆ ਦੇ ਮੋਹ ਦੀ ਬਾਜੀ ਪਾਈ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਉਸ ਵਿੱਚ ਮਨਮੁਖ ਅੰਨੇ ਹੋ ਕੇ ਮਾਇਆ ਦੇ ਮੋਹ ਵਿੱਚ ਲਿਪਟੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਗੁਰਮੁਖ ਸੇਵਕ ਸਾਧਕ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਜੀ ਅਤੇ ਪਰਮੇਸ਼ਰ ਦੇ ਗੁਰਸ਼ਬਦ ਨਾਮ ਵਿੱਚ ਆਪਣੀ ਲਿਵ ਲਗਾਈ ਰੱਖਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਮਾਇਆ ਦੇ ਪ੍ਰਭਾਵ ਵਸ ਹਨ ਜੀ, ਉਹ ਭੇਖਧਾਰੀ ਮਨੁੱਖ ਤੁਹਾਨੂੰ ਕਈ ਤਰ੍ਹਾਂ ਦੇ ਭੇਖ ਕਰਦੇ ਨਜ਼ਰ ਆਉਣਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਹੁੰਦੀ ਹੈ ਜੀ ਅਤੇ ਪੰਜ ਚੋਰ ਵੀ ਹੰਕਾਰ ਭਾਵ ਹਉਮੈ ਵੀ ਉਹਨਾਂ ਦੇ ਅੰਦਰ ਹੁੰਦੀ ਹੈ ਜੀ ਅਤੇ ਉਹ ਹੰਕਾਰੀ ਹੋ ਕੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਆਪਣੇ ਆਪ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਨਹੀਂ ਪਛਾਣਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਦੇ ਫਲ ਸਰੂਪ ਉਹ ਆਪਣੇ ਜੀਵਨ ਦੀ ਖੇਡ ਆਪਣੇ ਭੇਖਧਾਰੀਆਂ ਕਰਕੇ ਇਹ ਬਾਜੀ ਖੇਡ ਜੀਵਨ ਦੀ ਬਾਜੀ ਜੋ ਖੇਡ ਹੈ ਉਹ ਹਾਰ ਜਾਂਦੇ ਹਨ ਜੀ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਹੰਕਾਰ ਅਤੇ ਵਿਕਾਰਾਂ ਨੇ ਗ੍ਰਸਿਆ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜੋ ਮਨੁੱਖ ਧਰਮੀਆਂ ਵਾਲੇ ਬਸਤਰ ਪਹਿਨ ਕੇ ਚਲਾਕੀਆਂ ਵਾਲੀਆਂ ਗੱਲਾਂ ਕਰਦੇ ਹਨ, ਆਪਣੇ ਆਪ ਨੂੰ ਧਰਮੀ ਕਹਿੰਦੇ ਹਨ ਪਰ ਅੰਦਰ ਉਹਨਾਂ ਦੇ ਖਾਲੀ ਹਨ, ਉਹ ਤੇ ਦੂਜਿਆਂ ਨੂੰ ਠੱਗੀ ਜਾਂਦੇ ਹਨ ਤੇ ਆਪਣੇ ਆਪ ਨੂੰ ਵੀ ਠੱਗ ਹੀ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਮਾਇਆ ਦੇ ਮੋਹ ਵਿੱਚ ਫਸੇ ਭਰਮਾਂ ਵਿੱਚ ਭੁੱਲੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਸੇਵਾ ਤੋਂ ਬਿਨਾਂ ਉਹ ਭੇਖੀ ਲੋਕ ਬਹੁਤ ਦੁੱਖ ਪਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਸਾਧਕ ਗੁਰਸ਼ਬਦ ਨਾਮ ਵਿੱਚ ਰਤੇ ਹੁੰਦੇ ਹਨ ਜੀ, ਰੰਗੇ ਹੁੰਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਹਮੇਸ਼ਾ ਸਦਾ ਵੈਰਾਗੀ ਰਹਿੰਦੇ ਹਨ ਜੀ ਅਤੇ ਉਹ ਗੁਰਮੁਖ ਗ੍ਰਹਿਸਥ ਦੇ ਜੀਵਨ ਵਿੱਚ ਰਹਿੰਦਿਆਂ ਹੋਇਆਂ ਵੀ ਗੁਰਸ਼ਬਦ ਗੁਰਬਾਣੀ ਨਾਮ ਨਾਲ ਉਸ ਸੱਚੇ ਪਰਮੇਸ਼ਰ ਨਾਲ ਆਪਣੀ ਲਿਵ ਲਗਾਉਂਦੇ ਹਨ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਿਗੁਰੂ ਨੂੰ ਪਰਮੇਸ਼ਰ ਨੂੰ ਸੇਵਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਉਹੀ ਗੁਰਮੁਖ ਵੱਡਿਆਂ ਭਾਗਾਂ ਵਾਲੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਵਿਰਾਗੀ ਤੇ ਤਿਆਗੀ ਅਨੇਕ ਪ੍ਰਕਾਰ ਦਾ ਵੇਸ ਕਰਦੇ ਹਨ ਜੀ ਪਰ ਉਹਨਾਂ ਦੇ ਅੰਦਰੋਂ ਉਹਨਾਂ ਦੀ ਮਾਇਆ ਹਉਮੈ ਦੀ ਤ੍ਰਿਸ਼ਨਾ ਨਹੀਂ ਮਰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਜੀ
ਦਾ ਉਪਦੇਸ਼ ਸਾਨੂੰ ਇਹ ਹੈ ਜੀ ਕਿ ਕਰਮ ਕਾਂਡਾਂ ਤੋਂ ਹਟ ਕੇ ਉਸ ਕਰਤਾ ਪੁਰਖ ਦੇ ਚਰਨਾਂ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਲਿਵ ਲਗਾਉਣੀ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ, ਇਸ ਯੁੱਗ ਕਾ ਧਰਮ ਪੜੋ ਤੁਮ ਪਾਏ। ਭਾਵ ਕਿ ਜਿਸ ਜ਼ਿੰਦਗੀ 'ਚ ਤੁਸੀਂ ਰਹਿੰਦੇ ਹੋ, ਇਹ ਕਲਯੁਗ ਹੈ ਜੀ, ਔਰ ਧਰਮ ਤੁਹਾਡਾ ਇਹੀ ਹੈ ਗੁਰਮੁਖੋ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਆਪ ਨੂੰ ਪਛਾਣਨਾ ਹੈ, ਆਪਣੀਆਂ ਤ੍ਰਿਸ਼ਨਾਵਾਂ, ਆਪਣੀ ਹਉਮੈ ਨੂੰ ਕਾਬੂ ਵਿੱਚ ਕਰਕੇ ਤਾਂ ਹੀ ਕਲਯੁਗ ਵਿੱਚ ਤੁਸੀਂ ਹਰ ਪ੍ਰਕਾਰ ਦੀ ਸੋਝੀ ਪ੍ਰਾਪਤ ਕਰ ਸਕਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹੀ ਸੂਝ ਗੁਰਮੁਖਾਂ ਦੀ ਲੋਕ ਪਰਲੋਕ ਵਿੱਚ ਹਰ ਜਗ੍ਹਾ ਮਦਦ ਕਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੇ ਸ਼ਬਦ ਨਾਮ ਦੁਆਰਾ ਸਤ ਸਰੂਪ ਪਰਮੇਸ਼ਰ ਵਿੱਚ ਲਿਵ ਲਗਾਉਣੀ ਚਾਹੀਦੀ ਹੈ ਜੀ, ਅਤੇ ਵਿਅਰਥ ਦੇ ਧਾਰਮਿਕ ਵਾਦ ਵਿਵਾਦ ਦਵੈਤ ਭਾਵਾਂ ਵਿੱਚ ਨਹੀਂ ਪੈਣਾ ਚਾਹੀਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਉਮੈ ਅਤੇ ਹੋਰ ਮਨੋਵਿਕਾਰਾਂ ਉੱਤੇ ਕਾਬੂ ਪਾ ਕੇ ਮਾਇਆਵੀ ਪ੍ਰਪੰਚ ਤੋਂ ਨਿਰਲਿਪ ਰਹਿਣਾ ਚਾਹੀਦਾ ਹੈ ਜੀ, ਨਿਰਮਲ ਰਹਿਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨਮੁਖ ਮਾਇਆ ਵਿੱਚ ਲੀਨ ਹੁੰਦੇ ਹਨ ਜੀ, ਅਤੇ ਕਈ ਤਰ੍ਹਾਂ ਦੇ ਭੇਖ ਧਾਰ ਕੇ ਕਈ ਤਰ੍ਹਾਂ ਦੇ ਪਖੰਡ ਕਰਮ ਕਰਦੇ ਹਨ ਜੀ, ਅਤੇ ਲੋਕਾਂ ਨੂੰ ਦੱਸਦੇ ਹਨ ਕਿ ਅਸੀਂ ਬੜੇ ਗਿਆਨੀ ਧਿਆਨੀ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦੀ ਸੇਵਾ ਕਰਨ ਤੋਂ ਬਿਨਾਂ ਸਫਲ ਮਨੋਰਥ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਨਾਮ ਵਿੱਚ ਲੀਨ ਹੋ ਕੇ ਆਪਣੇ ਗ੍ਰਹਿਸਥ ਜੀਵਨ ਵਿੱਚ ਰਹਿੰਦਿਆਂ ਹੋਇਆਂ ਨਿਰਮੋਹੀ ਅਵਸਥਾ ਭਾਵ ਬਿਨਾਂ ਵਿਕਾਰਾਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪੰਜ ਵਿਕਾਰਾਂ ਨੂੰ ਮਾਰਨਾ ਹੈ ਜੀ, ਅਤੇ ਗ੍ਰਹਿਸਥ ਜੀਵਨ ਵਿੱਚ ਰਹਿੰਦਿਆਂ ਹੋਇਆਂ ਨਿਰਮਲ ਰਹਿਣਾ ਹੈ ਜੀ, ਅਤੇ ਸੱਚ ਰੂਪ ਗੁਰਸ਼ਬਦ ਨਾਮ ਨਾਲ ਜੁੜ ਕੇ ਆਪਣੇ ਆਪ ਨੂੰ ਪਹਿਚਾਨਣਾ ਹੈ ਜੀ, ਅਤੇ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।